ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਰਹਿਮਤਾਂ ਦੇ ਸਾਗਰ, ਗੱਦੀ ਤੇ ਬਿਰਾਜਮਾਨ ਜਾਗਦੀ ਜੋਤ, ਹਾਜ਼ਰਾ ਹਜੂਰ ਜਾਹਰ ਜਹੂਰ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਹੋਈ ਹੈ, ਰਹਿਮਤ ਹੋਈ ਹੈ। ਸਤਿਗੁਰਾਂ ਨੇ ਅੰਮ੍ਰਿਤ ਵੇਲਾ ਬਖਸ਼ਿਆ। ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ, ਨਿਤਨੇਮ ਦੇ ਜਾਪ ਸਰਵਣ ਕੀਤੇ, ਜੋ ਹਰ ਰੋਜ਼ ਆਪਾਂ ਲੜੀਵਾਰ ਕਥਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਸਰਵਣ ਕਰਦੇ ਹਾਂ। 35 ਪੌੜੀਆਂ ਦੀ ਆਪਾਂ ਵਿਚਾਰ ਕਰ ਚੁੱਕੇ ਹਾਂ। ਅੱਜ 36ਵੀਂ ਪੌੜੀ ਦੀ ਵਿਚਾਰ ਹੋਣੀ ਹੈ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੇ ਨਾਦ ਬਨੋਦ ਕੋਡ ਆਨੰਦ। ਇਸ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਗਿਆਨ ਦੀ ਗੱਲ ਕੀਤੀ ਹੈ, ਗਿਆਨ ਖੰਡ। ਕਿਉਂਕਿ ਜਿਹੜੀ ਪਿਛਲੀ ਪੌੜੀ ਸੀਗੀ ਉਹਦੇ ਵਿੱਚ ਸੇਵਕ ਦਾ ਦਰਸ਼ਾ ਦੱਸਿਆ ਹੈ, ਸੇਵਾ ਕਰਨ ਬਾਰੇ ਦੱਸਿਆ ਹੈ, ਸੰਤ ਸੰਗਤ ਕਰਨ ਬਾਰੇ ਦੱਸਿਆ ਹੈ। ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਗੁਰਸਿੱਖ ਦੀ ਗੱਲ ਕਰਦੇ ਨੇ। ਕਿਉਂਕਿ ਸੇਵਕ ਹੋਰ ਹੁੰਦਾ ਹੈ ਤੇ ਗੁਰਸਿੱਖ ਹੋਰ ਹੁੰਦਾ ਹੈ। ਸੇਵਕ ਇਸ ਤਰ੍ਹਾਂ ਜਿਵੇਂ ਕਿ ਆਪਾਂ ਸਾਰੇ ਸੇਵਾ ਕਰਦੇ ਹਾਂ, ਭਾਵੇਂ ਕੋਈ ਅੰਮ੍ਰਿਤਧਾਰੀ ਹੈ, ਭਾਵੇਂ ਜਾਂ ਨਹੀਂ ਅੰਮ੍ਰਿਤ ਛਕਿਆ, ਉਹਨੂੰ ਸੇਵਕ ਕਿਹਾ ਜਾਂਦਾ ਹੈ। ਗੁਰਸਿੱਖ ਉਹ ਹੈ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਭਾਣੇ ਦੇ ਵਿੱਚ ਚੱਲਦਾ ਹੈ, ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ, ਉਹਨੂੰ ਗੁਰਸਿੱਖ ਕਿਹਾ ਜਾਂਦਾ ਹੈ। ਭਾਵ ਕਿ ਇਹ 5 ਖੰਡ ਦੱਸੇ ਨੇ ਸਤਿਗੁਰਾਂ ਨੇ। ਆਖਰੀ ਜਿਹੜਾ ਸੱਚਖੰਡ ਹੈ, ਜੀਵਨ ਦੇ ਪੜਾਅ ਨੇ ਮਨੁੱਖ ਦੇ ਇਹ, ਕਿ ਮਨੁੱਖ ਪਹਿਲਾਂ ਕਰਮ ਕਰਦਾ ਹੈ, ਆਪਦੇ ਹੱਥਾਂ ਦੇ ਨਾਲ ਸੇਵਕ ਬਣਦਾ ਹੈ, ਸੇਵਾ ਕਰਦਾ ਹੈ। ਸੇਵਾ ਕਰਦਿਆਂ ਕਰਦਿਆਂ ਉਹਦੇ ਅੰਦਰ ਜਦੋਂ ਗਿਆਨ ਆਉਂਦਾ ਹੈ, ਗਿਆਨ ਦੇ ਨਾਲ ਉਹਨੂੰ ਸੋਝੀ ਹੁੰਦੀ ਹੈ, ਤੇ ਫਿਰ ਉਹ ਗੁਰੂ ਦਾ ਗੁਰਸਿੱਖ ਬਣ ਜਾਂਦਾ ਹੈ। ਕਿਉਂਕਿ ਗੁਰੂ 'ਤੇ ਪੂਰਾ ਵਿਸ਼ਵਾਸ ਭਰੋਸਾ ਉਹਦਾ ਵੱਧ ਜਾਂਦਾ ਹੈ। ਜਦੋਂ ਕਿਰਪਾ ਹੋ ਜਾਂਦੀ ਹੈ ਉਹਦੇ 'ਤੇ, ਫਿਰ ਉਹ ਜਿਹੜਾ ਹੈ ਸਿੱਖ ਬਣ ਜਾਂਦਾ ਹੈ, ਗੁਰਸਿੱਖ ਬਣ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਅੱਜ ਦੀ ਪੰਕਤੀ ਦੇ ਵਿੱਚ ਸਤਿਗੁਰੂ ਜੀ ਇਸ ਪੌੜੀ ਦੇ ਵਿੱਚ ਦੱਸਦੇ ਨੇ, ਗਿਆਨ ਖੰਡ ਮਹਿ ਗਿਆਨ ਪ੍ਰਚੰਡ। ਹੁਣ ਕਿਉਂਕਿ ਪਿੱਛੇ ਕਿਹਾ ਸੀ ਗਿਆਨ ਖੰਡ ਕਾ ਆਖੋ ਧਰਮ, ਕਿਉਂਕਿ ਉੱਥੇ ਵੀ ਗਿਆਨ ਦੀ ਗੱਲ ਕੀਤੀ ਹੈ 34ਵੀਂ ਪੌੜੀ ਦੇ ਵਿੱਚ। ਕਹਿੰਦੇ ਉਹ ਜਿਹੜਾ ਗਿਆਨ ਹੋਇਆ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹ ਗਿਆਨ ਹੈ ਕਿ ਸਮਝ ਪੈ ਗਈ ਹੈ ਕਿ ਹਾਂ ਪਰਮਾਤਮਾ ਸਾਨੂੰ ਆਹ ਕਹਿੰਦਾ ਹੈ ਤੇ ਅਸੀਂ ਧਰਤੀ 'ਤੇ ਇਹ ਕਰਨ ਵਾਸਤੇ ਆਏ ਹਾਂ। ਪਰ ਜਿਹੜੀ ਪ੍ਰਚੰਡ ਦੀ ਗੱਲ ਕੀਤੀ ਹੈ, ਕਹਿੰਦੀ ਕਿ ਤਿੱਖਾ ਗਿਆਨ, ਜਿਹੜਾ ਤਿੱਖਾ, ਜਿਹਨੂੰ ਕਹਿਣਾ ਤੀਖਣ ਬੁੱਧੀ, ਕਿ ਮਨ ਹਿਰਦੇ ਦੇ ਵਿੱਚ ਉਹ ਗੱਲ ਵਸ ਗਈ ਹੈ। ਭਾਵੇਂ ਸਾਡਾ ਬੰਦ ਟੁਕੜੇ ਵੀ ਹੋ ਜਾਣ,
ਪਰ ਉਹ ਗੱਲ ਅੰਦਰੋਂ ਨਹੀਂ ਨਿਕਲਦੀ। ਐਸੀ ਕਿਰਪਾ ਜਿਹਨੂੰ ਪ੍ਰਚੰਡ ਕਿਹਾ ਜਾਂਦਾ ਹੈ, ਪ੍ਰਚੰਡ ਅੱਗ ਨੂੰ ਵੀ ਕਿਹਾ ਜਾਂਦਾ ਹੈ। ਕਹਿੰਦੇ ਇਸ ਤਰ੍ਹਾਂ ਉਹ ਹਿਰਦੇ ਦੇ ਵਿੱਚ ਉਹ ਗੱਲ ਬੈਠ ਗਈ। ਹੁਣ ਭਾਵੇਂ ਜੋ ਮਰਜ਼ੀ ਕੋਈ ਕਹੀ ਜਾਵੇ, ਪਰ ਗੁਰੂ ਦਾ ਦਰ ਨਹੀਂ ਛੱਡਣਾ। ਉਹਨੂੰ ਕਹਿੰਦੇ ਨੇ ਪ੍ਰਚੰਡ ਗਿਆਨ। ਉਹ ਗਿਆਨ ਜਿਹੜਾ ਪੱਕਾ ਹਿਰਦੇ ਦੇ ਵਿੱਚ, ਜਿਹੜਾ ਪੱਕਾ ਰੰਗ ਚੜ੍ਹ ਗਿਆ, ਜਿਹੜਾ ਕਦੇ ਨਾ ਉਤਰਨ ਵਾਲਾ। ਤਾਂ ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਭਾਵ ਕਿ ਖੰਡ ਤਾਂ ਅੰਦਰ ਗਿਆਨ ਦਾ, ਜਦੋਂ ਖੰਡ ਗਿਆਨ ਦਾ ਅੰਦਰ ਭੰਡਾਰਾ ਚੱਲ ਗਿਆ, ਉਸ ਤੋਂ ਬਾਅਦ ਜਦੋਂ ਕਿਰਪਾ ਹੋਈ, ਗੁਰੂ ਦੀ ਰਹਿਮਤ ਹੋ ਗਈ, ਜਦੋਂ ਗੁਰਸਿੱਖ ਬਣ ਗਿਆ ਤੇ ਗਿਆਨ ਪ੍ਰਚੰਡ ਉਹਦੇ ਅੰਦਰ ਪੱਕਾ ਰੰਗ ਚੜ੍ਹ ਗਿਆ। ਉਹਨੂੰ ਭਾਵੇਂ ਕੋਈ ਵੀ ਕੁਛ ਕਹੀ ਜਾਵੇ, ਉਹ ਫਿਰ ਗੁਰੂ ਦਾ ਦਰ ਨਹੀਂ ਛੱਡਦਾ, ਉਹ ਗੁਰਮਤਿ ਦੇ ਰਸਤੇ 'ਤੇ ਤੁਰਦਾ ਹੈ। ਉਹਨੂੰ ਪੱਕਾ ਰੰਗ ਚੜ੍ਹ ਜਾਂਦਾ ਹੈ, ਉਹਨੂੰ ਕਹਿੰਦੇ ਨੇ ਪ੍ਰਚੰਡ। ਹੁਣ ਸਤਿਗੁਰੂ ਜੀ ਅਗਲੀ ਪੰਕਤੀ ਦੇ ਵਿੱਚ ਗੱਲ ਕਰਦੇ ਨੇ, ਤਿੱਥੇ ਨਾਦ ਵਿਨੋਦ ਕੋਡ ਆਨੰਦ। ਕਹਿੰਦੇ ਜਿਹਦੇ ਅੰਦਰ ਪ੍ਰਚੰਡ ਦਾ ਗਿਆਨ ਆ ਗਿਆ, ਤਿੱਖਾ ਗਿਆਨ ਆ ਗਿਆ, ਰੰਗ ਚੜ੍ਹ ਗਿਆ। ਕਹਿੰਦੇ ਜਦੋਂ ਫਿਰ ਸਿਮਰਨ ਕਰਦਾ ਹੈ ਪ੍ਰਮਾਤਮਾ ਦੇ ਦਰ ਦਾ, ਕਹਿੰਦੇ ਉਹਨੂੰ ਫਿਰ ਅਨਹਦ ਸੁਣਦੇ ਨੇ ਨਾਦ। ਐਸੀ ਕਿਰਪਾ ਹੁੰਦੀ ਹੈ ਉਹਦੇ 'ਤੇ। ਉਹਨੂੰ ਜਿਹੜੇ ਫਿਰ ਜਦੋਂ ਨਾਦ ਸੁਣਦੇ ਨੇ ਅਤੇ ਉਹਦੇ 'ਤੇ ਜਦੋਂ ਫਿਰ ਕਿਰਪਾ ਹੁੰਦੀ ਹੈ, ਅਤੇ ਵਿਨੋਦ, ਕਹਿੰਦੇ ਵਿਨੋਦ ਕਹਿੰਦੇ ਨੇ ਦਰਸ਼ਨਾਂ ਨੂੰ। ਜਦੋਂ ਮਨੁੱਖ ਨਾਮ ਜਪਦਾ ਹੈ, ਫਿਰ ਪ੍ਰਮਾਤਮਾ ਦੇ ਦਰਸ਼ਨ ਹੁੰਦੇ ਨੇ, ਸ਼ਹੀਦਾਂ ਸਿੰਘਾਂ ਦੇ ਦਰਸ਼ਨ ਹੁੰਦੇ ਨੇ, ਭਗਤਾਂ ਦੇ ਦਰਸ਼ਨ ਹੁੰਦੇ ਨੇ, ਦੇਵੀ ਦੇਵਤਿਆਂ ਦੇ ਦਰਸ਼ਨ ਹੁੰਦੇ ਨੇ, ਰਿਸ਼ੀਆਂ ਮੁਨੀਆਂ ਦੇ ਦਰਸ਼ਨ ਹੁੰਦੇ ਨੇ। ਕਹਿੰਦੇ ਜਦੋਂ ਫਿਰ ਗਿਆਨ ਪ੍ਰਚੰਡ ਅੰਦਰ ਚੱਲਦਾ ਹੈ, ਸਤਿਗੁਰੂ ਜੀ ਕਹਿੰਦੇ ਇਹਨਾਂ ਦਾ ਫਿਰ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ, ਅਤੇ ਜਿਹੜੇ ਨਾਦ ਅਤੇ ਅਨਹਦ ਜਿਹੜੇ ਸ਼ਬਦ ਨੇ ਉਹ ਸੁਣਨੇ ਸ਼ੁਰੂ ਹੋ ਜਾਂਦੇ ਨੇ। ਕਿਉਂਕਿ ਇੱਕ ਆਪਾਂ ਕੋਈ ਕੀਰਤਨ ਕਰਦਾ ਹੋਵੇ ਗੁਰੂ ਕਾ ਸਿੱਖ, ਅਤੇ ਆਪਾਂ ਕੀਰਤਨ ਸੁਣਦੇ ਹਾਂ ਅਤੇ ਬੜਾ ਆਨੰਦ ਆਉਂਦਾ ਹੈ। ਕਹਿੰਦੇ ਜਦੋਂ ਮਨੁੱਖ ਸਿਮਰਨ ਕਰਦਾ ਹੈ, ਸਿਮਰਨ ਕਰਦਿਆਂ ਕਰਦਿਆਂ ਉਹਦੀ ਇੰਨੀ ਉੱਚੀ ਅਵਸਥਾ ਹੋ ਜਾਂਦੀ ਹੈ, ਉਹਨੂੰ ਆਪਣੇ ਆਪ ਹੀ ਅਨਹਦ ਦਾ ਜਿਹੜਾ ਕੀਰਤਨ ਉਹ ਸੁਣਨਾ ਸ਼ੁਰੂ ਹੋ ਜਾਂਦਾ ਹੈ। ਤੁਰਿਆ ਵੀ ਫਿਰਦਾ ਹੈ, ਉਹਦੇ ਕੰਨਾਂ ਦੇ ਵਿੱਚ ਕੀਰਤਨ ਦੀ ਆਵਾਜ਼ ਪੈਂਦੀ ਰਹਿੰਦੀ ਹੈ। ਐਸੀ ਕਿਰਪਾ ਕਹਿੰਦੇ ਉਹਦੇ 'ਤੇ ਹੋ ਜਾਂਦੀ, ਜਿਹਦੇ ਅੰਦਰ ਗਿਆਨ ਪ੍ਰਚੰਡ ਆ ਜਾਂਦਾ ਹੈ, ਜਿਹਦੇ ਪੱਕਾ ਰੰਗ ਚੜ੍ਹ ਜਾਂਦਾ ਹੈ। ਤਿੱਥੇ ਨਾਦ ਵਿਨੋਦ, ਵਿਨੋਦ ਕਹਿੰਦੇ ਨੇ, ਅਤੇ ਫਿਰ ਉਹਨੂੰ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ। ਜਦੋਂ ਕੀਰਤਨ ਅਨਹਦ ਸੁਣਨਾ ਸ਼ੁਰੂ ਹੋ ਜਾਏ, ਕਹਿੰਦੇ ਫਿਰ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ। ਕੋਡ ਆਨੰਦ, ਕੋਡ ਕਹਿੰਦੇ ਨੇ ਕਰੋੜਾਂ। ਹੁਣ ਇੱਕ ਆਨੰਦ ਹੋਇਆ, ਦੋ ਆਨੰਦ ਹੋਏ, ਕਿ ਅੱਜ ਆਨੰਦ ਆਇਆ, ਕੱਲ੍ਹ ਫਿਰ ਉਦਾਸ, ਫਿਰ ਆਨੰਦ ਆਇਆ, ਫਿਰ ਉਦਾਸ। ਇੱਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਗਿਆਨ ਪ੍ਰਚੰਡ ਦਾ ਰੰਗ ਚੜ੍ਹ ਜਾਂਦਾ ਹੈ, ਉਹਨੂੰ ਕਰੋੜਾਂ ਹੀ ਆਨੰਦ ਜਿਹੜੇ ਉਹ ਪ੍ਰਾਪਤ ਹੋ ਜਾਂਦੇ ਨੇ। ਅਤੇ ਐਸੀ ਉਸ ਮਨੁੱਖ 'ਤੇ ਐਸੀ ਕਿਰਪਾ ਹੋ ਜਾਂਦੀ ਹੈ ਕਿ ਮੈਨੂੰ ਆਨੰਦ ਆ ਗਿਆ। ਉਹ ਜਿਹੜਾ ਆਨੰਦ ਜਿਹੜਾ ਹੈ ਪੱਕਾ ਰੰਗ ਚੜ੍ਹ ਜਾਂਦਾ ਹੈ, ਉਹ ਆਨੰਦ ਕਦੇ ਨਹੀਂ ਲੈਂਦਾ। ਐਸੀ ਕਿਰਪਾ ਹੋ ਜਾਂਦੀ ਹੈ। ਤਾਂ ਸਤਿਗੁਰੂ ਜੀ ਕਹਿੰਦੇ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ। ਸਤਿਗੁਰੂ ਜੀ ਕਹਿੰਦੇ ਗੁਰਬਾਣੀ ਸੁਣ ਕੇ, ਗੁਰਬਾਣੀ ਸੁਣਦਿਆਂ ਸੁਣਦਿਆਂ ਮੈਨੂੰ ਐਸਾ ਰੰਗ ਚੜ੍ਹਿਆ, ਮਨ ਭੀਨਾ ਨਿਜ ਘਰ ਆਵੈ ਗੋ। ਕਹਿੰਦੇ ਮਨ ਜਿਹੜਾ ਭਿੱਜ ਗਿਆ, ਜਿਹੜਾ ਨਿਜ ਘਰ ਅਸਲ ਘਰ ਹੈ, ਉਹ ਪਰਮਾਤਮਾ ਦੇ ਵਿੱਚ ਉਹ ਮਨੁੱਖ ਸਮਾ ਜਾਂਦਾ ਹੈ। ਐਸੀ ਕਿਰਪਾ ਹੁੰਦੀ ਹੈ ਗਿਆਨ ਪ੍ਰਚੰਡ ਦੇ ਨਾਲ। ਫਿਰ ਸਤਿਗੁਰੂ ਜੀ ਕਹਿੰਦੇ ਜਦੋਂ ਗਿਆਨ ਪ੍ਰਚੰਡ ਆ ਗਿਆ, ਦਰਸ਼ਨ ਹੋਣੇ ਵੀ ਸ਼ੁਰੂ ਹੋ ਗਏ, ਅਨਹਦ ਵੀ ਵਾਜਣ ਲੱਗ ਪਏ। ਉਸ ਮਨੁੱਖ ਦੇ ਅੰਦਰ ਸਰਮ ਖੰਡ ਕੀ ਬਾਣੀ ਰੂਪ, ਕਹਿੰਦੇ ਐਸਾ ਉਸ ਬਾਣੀ ਦਾ ਉਸ ਮਨੁੱਖ ਨੂੰ ਰੰਗ ਚੜ੍ਹਦਾ ਹੈ। ਸਰਮ ਖੰਡ ਕੀ ਬਾਣੀ ਰੂਪ, ਕਹਿੰਦੇ ਕਿ ਉਹਦੇ ਮਨ ਦੇ ਵਿੱਚ ਸ਼ਰਮ, ਕਹਿੰਦੇ ਨੇ ਸ਼ਰਮ ਨੂੰ, ਲੱਜਿਆ ਨੂੰ, ਕਹਿੰਦੇ ਉਸ ਮਨੁੱਖ ਦੇ ਅੰਦਰ ਲੱਜਿਆ ਰਹਿੰਦੀ ਹੈ। ਫਿਰ ਉਹ ਕੋਈ ਮਾੜਾ ਕੰਮ ਨਹੀਂ ਕਦੇ ਵੀ ਕਰਦਾ। ਉਹਦੇ ਅੰਦਰ ਬਾਣੀ ਦਾ ਰੰਗ ਜਦੋਂ ਚੜ੍ਹ ਜਾਂਦਾ ਹੈ, ਫਿਰ ਉਹ ਬੁਰੇ ਕਰਮਾਂ ਨੂੰ ਨਹੀਂ ਪੈਂਦਾ। ਅਤੇ ਕਹਿੰਦੇ ਬਾਣੀ ਰੂਪ, ਉਹ ਬਾਣੀ ਦਾ ਹੀ ਰੂਪ ਹੋ ਜਾਂਦਾ ਹੈ, ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ, ਜਿਹਨੂੰ ਗਿਆਨ ਪ੍ਰਚੰਡ ਦਾ ਰੰਗ ਚੜ੍ਹ ਜਾਂਦਾ ਹੈ। ਕਹਿੰਦੇ ਐਸੀ ਜਦੋਂ ਕਿਰਪਾ ਹੁੰਦੀ ਹੈ, ਇਹ ਉਦੋਂ ਹੀ ਕਿਰਪਾ ਹੁੰਦੀ ਹੈ ਜਪਣ ਦੇ ਨਾਲ,
ਪਹਿਲਾਂ ਕਰਮ ਕਰਨਾ ਪੈਂਦਾ ਹੈ। ਜਦੋਂ ਕਰਮ ਕਰਦਾ ਹੈ ਮਨੁੱਖ, ਸੇਵਾ ਕਰਦਾ ਹੈ, ਬਾਣੀ ਪੜ੍ਹਦਾ ਹੈ, ਹੌਲੀ ਹੌਲੀ ਕਰਮ ਕਰਦਿਆਂ ਗੁਰਸਿੱਖ ਬਣਦਾ ਹੈ। ਕਥਾ ਵਿਚਾਰ ਸੁਣਦਾ, ਕੀਰਤਨ ਸੁਣਦਾ, ਜਦੋਂ ਪ੍ਰਮਾਤਮਾ 'ਤੇ ਪੂਰਾ ਵਿਸ਼ਵਾਸ ਹੋ ਜਾਂਦਾ ਹੈ, ਫਿਰ ਜਦੋਂ ਗਿਆਨ ਪ੍ਰਚੰਡ ਅੰਦਰ ਆ ਜਾਂਦਾ ਹੈ ਤੇ ਫਿਰ ਕਹਿੰਦੇ ਉਹਦੀ ਸਿਮਰਨ ਦੇ ਵਿੱਚ ਫਿਰ ਲਿਵ ਲੱਗਣੀ ਸ਼ੁਰੂ ਹੋ ਜਾਂਦੀ। ਫਿਰ ਅਨਹਦ ਤੇ ਜਿਹੜੇ ਭਾਵ ਕੀ ਦਰਸ਼ਨ ਹੋਣੇ ਸ਼ੁਰੂ ਹੁੰਦੇ ਨੇ। ਉਸ ਤੋਂ ਬਾਅਦ ਫਿਰ ਅੰਦਰ ਉਹਦੇ ਅੰਦਰ ਲੱਜਿਆ ਰਹਿੰਦੀ ਹੈ, ਮਾੜਾ ਕਰਮ ਨਹੀਂ ਕਰਦਾ, ਐਸਾ ਉਹਦਾ ਹਿਰਦਾ ਹੋ ਜਾਂਦਾ ਹੈ। ਉਹ ਫਿਰ ਬਾਣੀ ਦਾ ਹੀ ਰੂਪ ਹੋ ਜਾਂਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਜਦੋਂ ਇੰਨਾ ਕੁਛ ਹੋ ਜਾਵੇ, ਫਿਰ ਕਹਿੰਦੇ ਜਦੋਂ ਉਹਦੀ ਸੁਰਤ ਤਾਂ ਚਲੇ ਜਾਂਦੀ ਹੈ, ਪਹੁੰਚ ਜਾਂਦੀ ਹੈ, ਫਿਰ ਕਹਿੰਦੇ ਤਿੱਥੈ ਘਾੜਤ ਘੜੀਐ ਬਹੁਤ ਅਨੂਪ। ਕਹਿੰਦੇ ਐਸੀ ਕਿਰਪਾ ਜਦੋਂ ਹੁੰਦੀ ਹੈ ਤੇ ਫਿਰ ਕਹਿੰਦੇ ਉੱਥੇ ਉਹਦੀ ਘਾੜਤ ਘੜੀ ਜਾਂਦੀ ਹੈ, ਸੁੰਦਰ ਘਾੜਤ। ਜਿਵੇਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਚੱਲਦੇ ਨੇ ਤੇ ਕਹਿੰਦੇ ਉਸ ਜਿਹੜੀ ਘਾੜਤ ਫਿਰ ਪ੍ਰਮਾਤਮਾ ਘੜਦਾ ਹੈ। ਜਦੋਂ ਮਨੁੱਖ ਨਾਮ ਜਪਦਿਆਂ ਜਪਦਿਆਂ ਉਹਦੇ ਅੰਦਰ ਦੀ ਸੁੰਦਰਤਾ ਹੀ ਲਿਆ ਦਿੰਦਾ ਹੈ, ਉਹਦੇ ਅੰਦਰ ਕੋਈ ਵੀ ਉਹਨੂੰ ਫਿਰ ਫੁਰਨਾ ਨਹੀਂ ਫੁਰਦਾ ਕਿ ਪ੍ਰਮਾਤਮਾ ਐਸੀ ਉਹਨੂੰ ਸ਼ਕਤੀ ਬਖਸ਼ ਦਿੰਦਾ ਹੈ, ਬਹੁਤ ਅਨੂਪ ਐਸੀ ਕਿਰਪਾ ਕਰ ਦਿੰਦਾ ਹੈ ਕਿ ਸੁੰਦਰ ਘਾੜਤ ਘੜੀ ਜਾਂਦੀ ਹੈ ਤੇ ਬੜੀ ਸੁੰਦਰ ਭਾਵ ਕਿ ਬਹੁਤ ਅਨੂਪ ਚੰਗਾ ਉਸ ਮਨੁੱਖ ਨੂੰ ਅੰਦਰੋਂ ਉਹਦਾ ਹਿਰਦਾ ਜਿਹੜਾ ਪਵਿੱਤਰ ਹੋ ਜਾਂਦਾ ਹੈ। ਫਿਰ ਸਤਿਗੁਰੂ ਜੀ ਕਹਿੰਦੇ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਕਿਉਂਕਿ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੇ ਭਗਤੀ ਕਰ ਲਈ, ਜਿਨ੍ਹਾਂ ਨੇ ਕਮਾਈ ਕਰ ਲਈ ਇਸ ਨਾਮ ਦੀ, ਇਸ ਧਰਤੀ 'ਤੇ ਰਹਿ ਕੇ, ਕਹਿੰਦੇ ਉਹਨਾਂ ਦੀ ਜਿਹੜੀ ਗੱਲ ਕਹਿਣੀ ਬੜੀ ਔਖੀ ਹੈ, ਕਿ ਉਹਨਾਂ ਦੀ ਕਥਨ ਕਰਨਾ ਬੜਾ ਔਖਾ ਹੈ। ਜਿਨ੍ਹਾਂ ਨੇ ਘਾਲ ਕਮਾਈ ਕਰ ਲਈ ਹੈ, ਇੰਨੀ ਘਾਲਣਾ ਘਾਲ ਕੇ ਜਿਨ੍ਹਾਂ ਨੇ ਨਾਮ ਜਪ ਲਿਆ, ਉਹਦਾ ਬੇੜਾ ਬੰਨੇ ਲੱਗ ਗਿਆ। ਜਿਨ੍ਹਾਂ ਦਾ ਬੇੜਾ ਬੰਨਾ ਲੱਗ ਗਿਆ, ਜਿਨ੍ਹਾਂ ਨੇ ਕਮਾਈ ਕੀਤੀ, ਜਿਨ੍ਹਾਂ ਨੇ ਭਗਤੀ ਕੀਤੀ, ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ, ਕਿ ਉਹਨਾਂ ਦੀ ਕਥਾ ਵੀ ਕਰਨੀ ਅਕਥ ਹੈ। ਐਸੇ ਉਹ ਮਨੁੱਖ ਹੋ ਜਾਂਦੇ ਨੇ। ਕਹਿੰਦੇ ਜੇ ਉਹਨਾਂ ਦੀ ਕੋਈ ਕਵੇ ਕਿ ਮੈਂ ਜਾਣਦਾ ਹਾਂ ਕਿ ਭਗਤ ਕਿਹੋ ਜਿਹੇ ਹੋਏ ਨੇ ਤੇ ਉਹ ਕਿੰਨਾ ਨਾਮ ਜਪਿਆ, ਤੇ ਸਤਿਗੁਰੂ ਜੀ ਕਹਿੰਦੇ ਜੇ ਕੋ ਕਹੈ ਪਿੱਛੇ ਪਛਤਾਏ, ਜੇ ਉਹ ਗੱਲ ਕਵੇਗਾ ਵੀ ਬਾਅਦ ਦੇ ਵਿੱਚ ਉਹਨੂੰ ਪਛਤਾਉਣਾ ਪਏਗਾ, ਮੈਂ ਗੱਲ ਕਹੀ ਸੀ ਪਰ ਇਹ ਪੂਰੀ ਗੱਲ ਨਹੀਂ ਹੈ, ਕਿ ਇਸ ਤੋਂ ਅੱਗੇ ਵੀ ਹੋਰ ਕੁਛ ਹੈ ਜਿਨ੍ਹਾਂ ਨੇ ਨਾਮ ਜਪਿਆ ਹੈ। ਫਿਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਿੱਧਾ ਨੇ ਫਿਰ ਕਿਹਾ, ਕਹਿੰਦੇ ਜਿਹੜੇ ਸਰਮਖੰਡੀ ਨੇ, ਜਿਹੜੇ ਲੱਜਿਆ ਦੇ ਵਿੱਚ ਰਹਿੰਦੇ ਨੇ, ਜਿਹੜੇ ਸਤ ਸੰਗਤ ਕਰਦੇ ਨੇ, ਤੇ ਜਿਹੜੇ ਭਾਵ ਕਿ ਇੰਨਾ ਕੁਛ ਹੋਣ ਦੇ ਬਾਅਦ ਜੇ ਉਹਨਾਂ ਦਾ ਸਤ ਸੰਗਤ ਹੋ ਜਾਵੇ ਮਹਾਂਪੁਰਖਾਂ ਦੀ, ਜਿਨ੍ਹਾਂ ਨੇ ਬੰਦਗੀ ਕਰ ਲਈ, ਜਿਨ੍ਹਾਂ ਨੇ ਪਾ ਲਿਆ ਹੈ, ਤੇ ਉਹਨਾਂ ਦੀ ਸੰਗਤ ਕਰਨ ਦਾ ਕੀ ਫਲ ਹੈ। ਤੇ ਸਤਿਗੁਰੂ ਜੀ ਕਹਿੰਦੇ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਕੱਲੀ ਕੱਲੀ ਸਤਿਗੁਰਾਂ ਨੇ ਗੱਲ ਦੱਸੀ। ਕਹਿੰਦੇ ਜੇ ਉਹਨਾਂ ਸਤ ਸੰਗੀਆਂ ਦਾ ਸਤ ਸੰਗਤ ਕਰਨੀ ਮਿਲ ਜਾਵੇ, ਉਹਨਾਂ ਭਗਤਾਂ ਦੀ, ਉਹਨਾਂ ਮਹਾਂਪੁਰਖਾਂ ਦੀ ਜਿਹੜੇ ਲੰਘ ਚੁੱਕੇ ਨੇ, ਜਿਹੜੇ ਆਪ ਉੱਚੀ ਅਵਸਥਾ ਦੇ ਵਿੱਚ ਪਹੁੰਚ ਗਏ ਨੇ, ਕਹਿੰਦੇ ਉਹਨਾਂ ਕੋਲੇ ਜਾਣ ਦੇ ਨਾਲ ਜਿਹੜਾ ਸਾਡਾ ਮਨ ਜਿਹੜਾ ਭਟਕਦਾ ਹੈ, ਸਤਿਗੁਰੂ ਜੀ ਕਹਿੰਦੇ ਉੱਥੇ ਜਾ ਕੇ ਜਿਹੜੀ ਸੁਰਤ ਹੈ ਇਹ ਵੀ ਘੜੀ ਜਾਂਦੀ ਹੈ, ਤੇ ਮਤ ਹੈ ਜਿਹੜੀ ਇੱਧਰ ਉੱਧਰ ਭੱਜਦਾ ਹੈ ਮਨ, ਕਹਿੰਦੇ ਇਹ ਵੀ ਟਿਕ ਜਾਂਦਾ ਹੈ। ਸੁਰਤ ਤੇ ਮਤ ਤੇ ਮਨ ਤੇ ਬੁੱਧੀ, ਕਹਿੰਦੇ ਜਿਹੜੀਆਂ ਚਾਰੇ ਚੀਜ਼ਾਂ ਨੇ ਇਹ ਉੱਥੇ ਘੜੀਆਂ ਜਾਂਦੀਆਂ, ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਅਸੀਂ ਵੀ ਨਾਮ ਜਪਣ ਵਾਸਤੇ ਆਏ ਹਾਂ, ਬੁਰਾ ਕੰਮ ਨਹੀਂ ਕਰਨਾ, ਚੰਗਾ ਕੰਮ ਕਰਨਾ ਹੈ। ਕਹਿੰਦੇ ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ, ਭਗਤਾਂ ਦੀ ਸੰਗਤ ਕਰਨ ਦੇ ਨਾਲ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਸ਼ੁੱਧ ਹੋ ਜਾਂਦੀ ਹੈ, ਉਸ ਮਨੁੱਖ ਦੀ ਵੀ ਬੁੱਧੀ ਜਿਹੜੀ ਉੱਜਲ ਹੋ ਜਾਂਦੀ ਹੈ। ਐਸੀ ਕਿਰਪਾ ਹੁੰਦੀ ਹੈ ਸੁਰਤ ਮਤ ਮਨ ਤੇ ਬੁੱਧ, ਕਿਉਂਕਿ ਮਨ ਹੀ ਚੰਚਲਤਾਈਆਂ ਕਰਦਾ ਹੈ। ਜਦੋਂ ਮਨ ਚੰਚਲਤਾਈਆਂ ਕਰਦਾ ਹੈ ਤੇ ਜਿਹੜੀ ਸੁਰਤੀ ਹੈ, ਇਹ ਕਿ ਆਪਾਂ ਕਈ ਵਾਰੀ ਕਹਿ ਦਈਦਾ ਕਿਸੇ ਨੂੰ, ਬਈ ਤੇਰੀ ਸੁਰਤੀ ਨਹੀਂ ਕੰਮ ਕਰਦੀ, ਆਹ ਕੰਮ ਕਰਨਾ ਹੈ। ਕਹਿੰਦੇ ਉਹ ਜਿਹੜੀ ਸੁਰਤ ਹੈ ਉਹ ਵੀ ਉੱਜਲ ਹੋ ਜਾਂਦੀ ਹੈ। ਫਿਰ ਜਿਹੜੀ ਮਤ ਹੈ, ਮਤ ਵੀ ਜਿਹੜੀ ਫਿਰ ਕੰਮ ਕਰਨ ਲੱਗ ਜਾਂਦੀ। ਜਿਹੜੀ ਬੁੱਧੀ ਹੈ, ਕਹਿੰਦੇ ਬੁੱਧੀ ਫਿਰ ਜਦੋਂ ਸੋਚਦੀ ਹੈ ਤੇ ਫਿਰ ਚੰਗਾ ਸੋਚਦੀ ਹੈ। ਕਹਿੰਦੇ ਇਸ ਤਰ੍ਹਾਂ ਫਿਰ ਇਹ ਕਿਰਪਾ ਹੋ ਜਾਂਦੀ। ਮਨ ਜਿਹੜਾ ਵੀ ਮਨ ਵੀ ਵਸ ਹੋ ਜਾਂਦਾ ਹੈ।
ਉਹਨਾਂ ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ। ਫਿਰ ਸਤਿਗੁਰੂ ਜੀ ਕਹਿੰਦੇ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ। ਫਿਰ ਸਤਿਗੁਰੂ ਜੀ ਕਹਿੰਦੇ ਉਹ ਐਸੀ ਕਿਰਪਾ ਹੁੰਦੀ ਹੈ ਕਿ ਜਿਵੇਂ ਦੇਵਤਿਆਂ ਵਾਲੀ ਬੁੱਧੀ ਹੋ ਜਾਂਦੀ ਹੈ। ਕਹਿੰਦੇ ਜੇ ਘੜੀ ਗਈ ਤੇ ਫਿਰ ਕੀ ਹੋਏਗਾ? ਕਹਿੰਦੇ ਜਿਵੇਂ ਦੇਵਤਿਆਂ ਦੀ ਬੁੱਧੀ ਸ਼ੁੱਧ ਤੇ ਉਜਲ ਹੋ ਜਾਂਦੀ ਹੈ। ਕਹਿੰਦੇ ਐਸੀ ਕਿਰਪਾ ਹੋ ਜਾਂਦੀ ਹੈ, ਇਸ 'ਤੇ ਸੂਰਮਾ ਬਣ ਜਾਂਦਾ ਹੈ। ਅਤੇ ਐਸੀ ਜਦੋਂ ਕਿਰਪਾ ਹੁੰਦੀ ਹੈ, ਕਹਿੰਦੇ ਕਿ ਜਦੋਂ ਸਾਰਾ ਕੁਛ ਘੜਿਆ ਗਿਆ ਤੇ ਫਿਰ ਉਹ ਪਰਮਾਤਮਾ ਦੇ ਦਰ 'ਤੇ ਉਹ ਪ੍ਰਵਾਨ ਹੋ ਜਾਂਦਾ ਹੈ। ਜਦੋਂ ਮਹਾਂਪੁਰਖਾਂ ਦੀ ਸੰਗਤ ਕਰਦਾ ਹੈ, ਜਦੋਂ ਸਤ ਸੰਗਤ ਕਰਦਾ ਹੈ ਨਾਮ ਜਪਣ ਵਾਲਿਆਂ ਦੀ, ਉਸ ਮਨੁੱਖ ਦੀ ਵੀ ਜਿਹੜੀ ਬੁੱਧੀ ਉਜਲ ਹੋ ਜਾਂਦੀ ਹੈ। ਤਿੱਥੇ ਘੜੀਐ ਸੁਰਤ ਮਤ ਮਨ ਬੁੱਧ, ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ। ਕਹਿੰਦੇ ਕਿ ਉਹ ਜਿਹੜੇ ਸੁਰ ਤੇ ਦੇਵਤੇ ਬਣ ਜਾਂਦੇ ਨੇ, ਉਹਨਾਂ ਦੀ ਸੰਗਤ ਕਰਨ ਦੇ ਨਾਲ ਜਿਨ੍ਹਾਂ ਦੇ ਅੰਦਰ ਗਿਆਨ ਪ੍ਰਚੰਡ ਪ੍ਰਗਟ ਹੋ ਜਾਂਦਾ ਹੈ, ਜਿਨ੍ਹਾਂ ਦੀ ਉੱਚੀ ਅਵਸਥਾ ਹੋ ਜਾਂਦੀ ਹੈ, ਅਤੇ ਉਹਨਾਂ ਦੀ ਸੰਗਤ ਕਰਨ ਦੇ ਨਾਲ ਮਨੁੱਖ ਦਾ ਵੀ ਜਿਹੜਾ ਹੈ ਹਿਰਦਾ ਉਜਲ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਦੇ ਦਰ 'ਤੇ ਉਹ ਵੀ ਪ੍ਰਵਾਨ ਹੋ ਜਾਂਦਾ ਹੈ। ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। 36ਵੀਂ ਪੌੜੀ ਦੀ ਵਿਚਾਰ ਹੋਈ ਹੈ ਸੰਖੇਪ ਜੀ, ਕਿਉਂਕਿ ਇਹਦੇ ਵਿੱਚ ਸ੍ਰੀ ਜਪਜੀ ਸਾਹਿਬ ਦੇ ਵਿੱਚ ਸਾਰੀ ਹੀ ਬਾਣੀ ਦੀ ਜਿਹੜੀ ਵਿਚਾਰ, ਕਿਉਂਕਿ ਜਪਜੀ ਸਾਹਿਬ ਜਿਹੜਾ ਹੈ ਮੂਲ ਹੈ, ਅਤੇ ਮੂਲ ਸਾਰੀ ਹੀ ਗੁਰਬਾਣੀ ਜਿਹੜੀ ਜਪਜੀ ਸਾਹਿਬ ਦੀ ਪਰਿਕਰਮਾ ਕਰਦੀ ਹੈ। ਮੰਨ ਲਓ ਆਪਾਂ ਜਿਵੇਂ ਜਪਜੀ ਸਾਹਿਬ ਦੇ ਅਰਥ ਸਮਝ ਲਏ ਅਤੇ ਸਮਝ ਲਓ ਸਾਰੀ ਗੁਰਬਾਣੀ ਦੀ ਸਾਨੂੰ ਸਮਝ ਆ ਗਈ, ਕਿਉਂਕਿ ਸਾਰੀ ਹੀ ਬਾਣੀ ਇਹਦੀ ਪਰਿਕਰਮਾ ਕਰਦੀ ਹੈ। ਮੂਲ ਮੰਤਰ ਹੈ, ਮੂਲ ਮੰਤਰ ਦੀ ਪਰਿਕਰਮਾ ਜਪਜੀ ਸਾਹਿਬ ਸਾਰਾ ਕਰਦਾ ਹੈ ਕਿ ਉਹ ਕੌਣ ਹੈ, ਜਿਹਨੇ ਭੇਜਿਆ ਹੈ, ਉਹਦਾ ਕਿਹੋ ਜਿਹਾ ਰੂਪ, ਕਿਹੋ ਜਿਹਾ ਰੰਗ, ਉਹ ਸਾਰਾ ਸਤਿਗੁਰੂ ਜੀ ਇਹਦੇ ਵਿੱਚ ਦੱਸ ਰਹੇ ਨੇ। ਅਤੇ ਜਿਹੜੀ ਪਰਿਕਰਮਾ ਸਾਰੀ ਬਾਣੀ ਜਿਹੜੀ ਪਰਿਕਰਮਾ ਕਰਦੀ ਹੈ ਜਪਜੀ ਸਾਹਿਬ ਦੀ, ਅਤੇ ਸਾਰੇ ਜਪਜੀ ਸਾਹਿਬ ਇਹੋ ਹੀ ਵਾਰ-ਵਾਰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੰਕਤੀਆਂ ਆਉਣਗੀਆਂ। ਵਾਰ-ਵਾਰ ਇਹ ਗੱਲ ਵਾਰ-ਵਾਰ ਸਤਿਗੁਰੂ ਜੀ ਸਮਝਾਉਣਗੇ, ਵਾਰ-ਵਾਰ ਭਗਤ ਸਮਝਾਉਣਗੇ। ਇੱਕ ਗੱਲ ਨੂੰ 2-2 3-3 ਵਾਰੀ ਸਤਿਗੁਰਾਂ ਨੇ ਉਸੇ ਗੱਲ ਨੂੰ ਵਾਰ-ਵਾਰ ਭਾਸ਼ਾਵਾਂ ਬਦਲ ਕੇ ਸਮਝਾਇਆ ਹੈ। ਜਿਹੋ ਜਿਹਾ ਮਨੁੱਖ ਸਤਿਗੁਰਾਂ ਨੂੰ ਮਿਲਦਾ ਸੀ, ਕੋਈ ਅਰਬੀ ਮਿਲਦਾ ਸੀ, ਕੋਈ ਫਾਰਸੀ ਮਿਲਦਾ ਸੀ, ਜਾਂ ਜਿਹੋ ਜਿਹੀ ਬੋਲੀ ਆਉਂਦੀ ਸੀ, ਆਪਣੀ ਬੋਲੀ ਦੇ ਵਿੱਚ, ਉਸੇ ਬੋਲੀ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹਨੂੰ ਸਮਝਾਉਂਦੇ ਸਨ। ਉਹੋ ਹੀ ਗੱਲ ਨੂੰ ਵਾਰ-ਵਾਰ ਸਮਝਾਉਂਦੇ ਸਨ। ਅਤੇ ਉਹ ਬੋਲੀਆਂ ਜਿਹੜੀਆਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ 3-3 ਵਾਰ ਉਹ ਗੱਲਾਂ ਵਾਰ-ਵਾਰ ਸਮਝਾਈਆਂ ਕਿ ਮਨੁੱਖ ਕਿਸੇ ਨਾ ਕਿਸੇ ਤਰ੍ਹਾਂ ਇਹ ਸਮਝ ਜਾਵੇ ਕਿ ਇਹ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋ ਜਾਵੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਭੁੱਲਾਂ ਦੀ ਖਿਮਾ। ਆਓ ਆਨੰਦ ਸਾਹਿਬ ਦਾ ਜਾਪ ਕਰੀਏ, ਅਰਦਾਸ ਦੇ ਵਿੱਚ ਸ਼ਾਮਲ ਹੋਈਏ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰਿ ਕੇਰਾ, ਮਨ ਜਿਨੇ ਵਸਾਇਆ। ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ